Good morning students. So beta third chapter ਤੁਹਾਡੇ ਕੋਲ ਹੈਗਾ skewness, measures of skewness, moments and kurtosis. This moments and kurtosis is not in your syllabus. ਤੁਹਾਡੇ ਕੋਲ syllabus ਦੇ ਵਿੱਚ ਸਿਰਫ skewness ਹੈ. Skewness very easy chapter, ਸਿਰਫ ਫਾਰਮੂਲੇ ਨੇ ਜਿਹੜੇ ਤੁਸੀਂ ਲਰਨ ਕਰਨੇ ਨੇ. ਵੈਸੇ very rare chance ਕਿ ਇਸ ਵਿੱਚੋਂ ਕੋਈ question ਆਂਦਾ ਹੁੰਦਾ ਹੈ, but still it is given to us in the syllabus, so we have to do it. So skewness ਦਾ ਮਤਲਬ ਹੁੰਦਾ ਹੈ when a thing is not in symmetry, ਜਦੋਂ ਕੋਈ ਚੀਜ਼ ਲੈਕ ਆਫ ਸਿਮੈਟਰੀ ਹੋਵੇ. ਠੀਕ ਹੈ. ਸੋ ਦੇਅਰ ਮੇ ਬੀ ਟੂ ਡਿਸਟ੍ਰੀਬਿਊਸ਼ਨਸ. ਕਹਿੰਦਾ ਸਾਡੇ ਕੋਲ ਦੋ ਡਿਸਟ੍ਰੀਬਿਊਸ਼ਨ ਮਤਲਬ ਦੋ ਸੀਰੀਜ਼ ਹੋ ਸਕਦੀਆਂ ਨੇ ਜਿਨ੍ਹਾਂ ਦੀ ਸੇਮ ਵੈਲਿਊ ਆਫ ਮੀਨ ਹੋਵੇ ਐਂਡ ਸੇਮ ਸਟੈਂਡਰਡ ਡੇਵੀਏਸ਼ਨ ਹੋਵੇ, ਬਟ ਥੀਸ ਟੂ ਡਿਸਟ੍ਰੀਬਿਊਸ਼ਨਸ ਮੇ ਸ਼ੋ ਸਿਮੈਟਰੀ ਔਰ ਲੈਕ ਆਫ ਸਿਮੈਟਰੀ ਇਨ ਦੇਅਰ ਫ੍ਰੀਕੁਐਂਸੀਜ਼. ਦੇਖੋ ਹੁਣ ਅਗਰ ਮੈਂ ਇਸ ਇੱਥੇ ਦੇਖਾਂ 0 to 10 ਦੀ ਕਲਾਸ ਦੇ ਵਿੱਚ 10 ਲੋਕ ਨੇ ਜਿਹੜੇ ਐਗਜ਼ਿਸਟ ਕਰਦੇ ਨੇ, 10 to 20 ਚ 40, ਦੈਨ 30, 90, 20, 10. ਮੀਨ ਫਾਈਂਡ ਆਊਟ ਕੀਤਾ 30 ਆਇਆ, ਸਟੈਂਡਰਡ ਡੇਵੀਏਸ਼ਨ ਫਾਈਂਡ ਆਊਟ ਕੀਤਾ 12 ਆਇਆ. ਦੈਨ ਟੇਬਲ B ਇਜ਼ ਗਿਵਨ ਟੂ ਮੀ. ਸੇਮ ਕਲਾਸ ਇੰਟਰਵਲ ਦੇ ਵਿੱਚ ਇੱਥੇ 10 ਨੇ, ਇੱਥੇ 40 ਦੀ ਜਗ੍ਹਾ ਤੇ 30 ਨੇ, ਇੱਥੇ 30 ਦੀ ਜਗ੍ਹਾ ਤੇ 16 ਨੇ, ਇੱਥੇ 90 ਦੀ ਜਗ੍ਹਾ ਤੇ 60, 20 ਦੀ ਜਗ੍ਹਾ ਤੇ 30, 10 ਦੀ ਜਗ੍ਹਾ ਤੇ 10 ਹੀ ਨੇ. ਬਟ ਵੈਨ ਵੀ ਫਾਈਂਡ ਆਊਟ ਮੀਨ ਐਂਡ ਸਟੈਂਡਰਡ ਡੇਵੀਏਸ਼ਨ ਆਫ ਬੋਥ ਦ ਟੇਬਲਸ ਕਮ ਆਊਟ ਟੂ ਬੀ ਦ ਸੇਮ, ਪਰ ਉਹਨਾਂ ਦੀਆਂ ਜਿਹੜੀਆਂ ਫ੍ਰੀਕੁਐਂਸੀਜ਼ ਨੇ ਦੇ ਆਰ ਡਿਫਰੈਂਟ. ਉਹਨਾਂ ਦੀਆਂ ਫ੍ਰੀਕੁਐਂਸੀਜ਼ ਦੇ ਵਿੱਚ ਕੋਈ ਸਿਮੈਟਰੀ ਨਹੀਂ ਹੈ. ਡਿਸਟ੍ਰੀਬਿਊਸ਼ਨ ਵੁੱਡ ਬੀ, ਡਿਸਟ੍ਰੀਬਿਊਸ਼ਨ ਕਦੋਂ ਸਿਮੈਟਰੀਕਲ ਹੋਊਗੀ? ਅਗਰ ਫ੍ਰੀਕੁਐਂਸੀ increase करे with the equally spaced value of the variable, then the frequencies start decreasing exactly in the same way they are increased. ਕਹਿੰਦਾ ਹੁਣ ਜਿਵੇਂ ਆਪਾਂ ਇੱਥੇ ਕਹਿ ਦਈਏ 10 ਤੋਂ ਬਾਅਦ 30 ਦਾ ਇਨਕਰੀਜ਼ ਹੋਇਆ 40, ਅੱਗੇ ਜਾਂ ਤਾਂ 40 ਦਾ ਇਨਕਰੀਜ਼ ਹੋ ਜਾਏ ਜਾਂ 30 ਦਾ ਹੀ ਹੋਵੇ, ਜਾਂ ਮਤਲਬ ਸੀਰੀਜ਼ ਹੈ ਕਿਸੇ ਪੈਟਰਨ 'ਤੇ ਜਾਂ ਤਾਂ ਇਨਕਰੀਜ਼ ਹੋ ਰਹੀ ਹੋਵੇ ਜਾਂ ਡਿਕਰੀਜ਼ ਹੋ ਰਹੀ ਹੋਵੇ, ਬਟ ਉਹ ਚੀਜ਼ ਇੱਥੇ ਨਹੀਂ ਹੈ. ਸੋ ਇਟ ਇਜ਼ ਲੈਕਿੰਗ ਸਿਮੈਟਰੀ. ਇਨ ਦਿਸ ਕੇਸ ਦ ਫ੍ਰੀਕੁਐਂਸੀ ਕਰਵ ਵੁੱਡ ਬੀ ਸਿਮੈਟਰੀਕਲ ਇਨ ਇਟਸ ਸ਼ੇਪ ਜੇ ਉਹ ਕਿਸੇ ਇੱਕ ਸਿਮੈਟਰੀ ਦੇ ਵਿੱਚ ਵਧਣਗੀਆਂ. ਮਤਲਬ ਜਿਵੇਂ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਸਕਿਊਨੈਸ. ਹੁਣ ਜਿਵੇਂ ਮੇਰੇ ਕੋਲ ਸੀਰੀਜ਼ ਹੈ, ਠੀਕ ਹੈ, 10 ਤੋਂ ਬਾਅਦ 40 ਤੋਂ ਬਾਅਦ 80 ਤੋਂ ਬਾਅਦ 130. ਜੇ ਹੁਣ ਮੈਂ ਦੇਖਾਂ ਇੱਥੇ 30 ਦੀ ਇਨਕਰੀਜ਼ ਆਈ ਹੈ, ਇੱਥੇ 40 ਦੀ ਇਨਕਰੀਜ਼ ਆਈ ਹੈ, ਇੱਥੇ 50 ਦੀ ਇਨਕਰੀਜ਼ ਆਈ ਹੈ. ਇਟ ਮੀਨਸ ਇਨਕਰੀਜ਼ਿੰਗ ਆਰਡਰ 'ਤੇ ਇਨਕਰੀਜ਼ ਹੋ ਰਹੀਆਂ ਨੇ, ਜਾਂ 10, 20, 30, 40 ਐਵਰੀ ਟਾਈਮ 10 ਦੇ ਰੇਟ 'ਤੇ ਇਨਕਰੀਜ਼ ਹੋ ਰਹੀਆਂ ਨੇ. ਦੇਰ ਇਜ਼ ਸਮ ਸਿਮੈਟਰੀ ਨਾ. ਜਦੋਂ ਸਿਮੈਟਰੀ ਨਾ ਹੋਵੇ then we will call it lack of symmetry. Distribution lacking in symmetry is known as asymmetrical or skewed distribution. So skewness ਕੀ ਹੈ? Departure ਦਾ ਮਤਲਬ ਹੁੰਦਾ ਹਿੱਲਣਾ. ਕਿਹਦੇ ਤੋਂ? From symmetry. ਕਿਸ ਚੀਜ਼ ਦੀ ਸਿਮੈਟਰੀ? Of a distribution. ਕਿਸੇ ਫ੍ਰੀਕੁਐਂਸੀ ਦਾ ਆਪਣੀ ਸਿਮੈਟਰੀ ਤੋਂ ਵੱਖਰੇ ਹੋਣਾ is called skewness. And the degree of asymmetry. ਤੇ degree of asymmetry ਮਤਲਬ ਸਿਮੈਟਰੀ ਕੀ ਹੈ, ਅਸਿਮੈਟਰੀ ਕੀ ਹੈ, ਬਹੁਤ ਜ਼ਿਆਦਾ ਹੈ. ਜਿਵੇਂ ਇੱਥੇ ਇਨਕਰੀਜ਼ ਹੋਇਆ, ਡਿਕਰੀਜ਼ ਹੋਇਆ, ਫਿਰ ਬਹੁਤ ਇਨਕਰੀਜ਼ ਹੋਇਆ, ਬਹੁਤ ਘਟ ਗਿਆ, ਫਿਰ ਘਟ ਗਿਆ. ਦਿਸ ਇਜ਼ ਡਿਗਰੀ ਆਫ ਅਸਿਮੈਟਰੀ. ਸੋ ਆਹੀ ਚੀਜ਼ ਨੂੰ ਦੱਸਿਆ. ਕਹਿੰਦਾ ਅਬਵ ਟੇਬਲ ਸੇਮ ਮੀਨ ਸੇਮ ਸਟੈਂਡਰਡ ਡੇਵੀਏਸ਼ਨ ਬਟ ਫ੍ਰੀਕੁਐਂਸੀਜ਼ ਆਰ ਡਿਫਰੈਂਟ. ਟੇਬਲ B ਸਿਮੈਟਰੀਕਲ ਹੈ ਸਿੰਸ ਦ ਪੈਟਰਨ ਆਫ ਇਨਕਰੀਜ਼ ਐਂਡ ਡਿਕਰੀਜ਼ ਆਫ ਫ੍ਰੀਕੁਐਂਸੀਜ਼ ਸੇਮ. ਇੱਥੇ ਇੱਕ ਪੈਟਰਨ ਫੋਲੋ ਹੋ ਰਿਹਾ. ਕਿਵੇਂ? 10 ਤੋਂ 20 ਦੀ ਇਨਕਰੀਜ਼ ਹੋਈ, 30 ਤੇ 30, 60, ਫਿਰ ਘਟਣਾ ਸ਼ੁਰੂ ਹੈ, 60 ਤੋਂ 60, ਫਿਰ 30 ਦੀ ਡਿਕਰੀਜ਼, ਫਿਰ 20 ਦੀ ਡਿਕਰੀਜ਼. ਇੱਥੇ ਟੇਬਲ B ਦੇ ਵਿੱਚ ਕੀ ਹੈ? ਫ੍ਰੀਕੁਐਂਸੀ ਕਿਸੇ ਇੱਕ ਪੈਟਰਨ ਨੂੰ ਫੋਲੋ ਕਰ ਰਹੀ ਹੈ, ਪਰ ਇੱਥੇ ਨਹੀਂ ਕਰ ਰਹੀ. A ਵਿੱਚ ਕੋਈ ਪੈਟਰਨ ਫੋਲੋ ਨਹੀਂ ਹੋ ਰਿਹਾ. In table A is asymmetrical क्योंकि pattern of increase and decrease is not the same. The difference between the manners in which frequencies are distributed in table A. Table A we will call it asymmetrical distribution. Table B is called a symmetrical distribution. ठीक है. So skewness की है? Means lack of symmetry or asymmetry. Symmetry of a distribution means that highest frequency decreases on its either side at the uniform rate and form a balanced pattern. ਕਹਿੰਦਾ ਜਦੋਂ ਕਿਸੇ ਇੱਕ ਪੈਟਰਨ ਦੇ ਉੱਤੇ ਕੋਈ ਚੀਜ਼ ਘੱਟ ਜਾਂ ਵੱਧ ਰਹੀ ਆ, ਉਹਨੂੰ ਅਸੀਂ ਸਿਮੈਟਰੀ ਕਹਿੰਦੇ ਹਾਂ. ਇਨ ਦਿਸ ਕੇਸ ਜਦੋਂ ਉਹ ਇੱਕ ਬੈਲੈਂਸਡ ਪੈਟਰਨ ਨੂੰ ਫੋਲੋ ਕਰਨਗੇ, ਉੱਥੇ ਮੀਨ ਮੀਡੀਅਨ ਮੋਡ ਕੋਇਨਸਾਈਡ ਮਤਲਬ ਸੇਮ ਹੋਣਗੇ, ਇੱਕੋ ਹੀ ਜਗ੍ਹਾ 'ਤੇ ਇੱਥੇ ਹੀ ਹੋਣਗੇ. ਕੌਨਸੀਕੁਐਂਟਲੀ ਸਕਿਊਨੈਸ ਐਬਸੈਂਟ ਹੋਊਗੀ, ਮਤਲਬ ਸਕਿਊਨੈਸ ਨਹੀਂ ਹੋਊਗੀ. ਬਟ asymmetry or skewness is that feature of a statistical distribution ਜੋ ਕੀ ਕਹਿ ਰਿਹਾ ਹੈ ਕਿ both sides of the highest frequency mark frequencies
एक यूनीफॉर्म रेट ते डिक्रीज़ नहीं हो रही। रेट ऑफ डिक्रीज़ किसी एक साइड ते ज़्यादा है तो दूजे साइड ते घट है। ਜਦੋਂ ਇਸ ਤਰ੍ਹਾਂ ਹੋਊਗਾ ਉਸ ਟਾਈਮ ਦੇ ਉੱਤੇ ਮੀਨ ਮੀਡੀਅਨ ਐਂਡ ਮੋਡ ਨੇ ਉਹ ਆਪਸ ਇੱਕ ਦੂਸਰੇ ਤੋਂ ਵੱਖਰੇ ਹੋਣਗੇ। ਸਕੂਨੈਸ ਕਿਸੇ ਸੀਰੀਜ਼ ਵਿੱਚ ज़्यादा होगी ਜਦੋਂ ਉਹਦੇ ਮੀਨ ਤੇ ਮੋਡ ਦੇ ਵਿੱਚ ਡਿਫਰੈਂਸ ज़्यादा होगा। सो ਸਕੂਨੈਸ ਕੀ ਦੱਸਦੀ ਹੈ ਕਿ ਆਈਟਮਸ ਨੇ ਜਿਹੜੀਆਂ ਸਾਡੀਆਂ ਜਿਹੜੀਆਂ ਸੀਰੀਜ਼ ਦੇ ਵਿੱਚ ਆ ਆਈਟਮਸ ਨੇ ਇਹ ਐਵਰੇਜ ਤੋਂ ਕਿੰਨੀਆਂ ਕੁ ਦੂਰ ਦੂਰ ਨੇ। सो इन शॉर्ट ਸਕੂਨੈਸ इज़ डिफाइंड एज ऑपोजिट ऑफ सिमेट्री एंड इट्स प्रेजेंस। जे प्रेजेंस है ਸਾਨੂੰ ਦੱਸਦਾ ਹੈ ਕਿ ਮੀਨ ਮੀਡੀਅਨ ਮੋਡ ਦੀਆਂ ਵੈਲਿਊਜ਼ ਇਕੁਅਲ ਨਹੀਂ ਹੋਣਗੀਆਂ ਤੇ ਕੁਆਰਟਾਈਲ ਨੇ ਜਿਹੜੇ ਉਹ ਵੀ ਮੀਡੀਅਨ ਤੋਂ ਸੇਮ ਡਿਸਟੈਂਸ ਦੇ ਉੱਤੇ ਫੋਲੋ ਨਹੀਂ ਕਰਦੇ ਹੋਣਗੇ। ठीक है, ये बच्चे थियरी थोड़ी जी ज़्यादा है। ठीक है, सो दैन नैक्सट वी कम विद स्क्यूनेस एंड फ्रीकुएंसी डिस्ट्रीब्यूशन। आ हैगी है बेटा सिमेट्रिकल फ्रीकुएंसी डिस्ट्रीब्यूशन। देखो इस तरह के नाल बैल शेप्ड बनी है। ठीक है, इस दे विच की है फ्रीकुएंसीज एक पॉइंट तक इनक्रीज़ करदियां ने तो फिर उस ही सेम फैशन ਦੇ ਵਿੱਚ ਉਹ ਫਾਲ ਕਰਦੀਆਂ। ਜਦੋਂ ਅਸੀਂ ਇਹਨੂੰ ਗ੍ਰਾਫ ਪੇਪਰ ਤੇ ਲੈ ਕੇ ਆਉਂਦੇ ਆ ਇੱਕ ਨਾਰਮਲ ਜਾਂ ਬੈਲ ਸ਼ੇਪਡ ਕਰਵ ਦੱਸਦੀ ਹੈ ਜੋ ਕੀ ਕਹਿੰਦੀ ਹੈ ਕਿ ਮੀਨ ਮੀਡੀਅਨ ਤੇ ਮੋਡ ਇਕੁਅਲ ਨੇ ਤੇ ਕੁਆਰਟਾਈਲਸ ਨੇ ਜਿਹੜੇ ਉਹ ਮੀਡੀਅਨ ਤੋਂ ਸੇਮ ਡਿਸਟੈਂਸ ਤੇ ਖੜੇ ਨੇ। ਸੋ ਮੀਨ ਮੀਡੀਅਨ ਮੋਡ ਆਰ ਇਕੁਅਲ ਟੂ ਵਨ ਅਨਦਰ ਐਂਡ ਲਾਈ ਐਟ ਦੀ ਸੈਂਟਰ ਆਫ ਦ ਡਿਸਟ੍ਰੀਬਿਊਸ਼ਨ। ਇਸ ਡਿਸਟ੍ਰੀਬਿਊਸ਼ਨ ਵਿੱਚ ਸਕੂਨੈਸ ਬਿਲਕੁਲ ਨਹੀਂ ਹੈ। ਸੈਕਿੰਡ ਹੈ सिमेट्री हो गलूगी। फिर असिमेट्रिकल। हुण असिमेट्रिकल दो तरह की होंदी है, पॉजिटिव एंड नैगेटिव। सब तो पहला असिमेट्रिकल हुंदा की है। इन सच ए डिस्ट्रीब्यूशन फ्रीकुएंसीज ना ही किसी सेम पैटर्न ते इनक्रीज़ होंदियां ने ते ना ही सेम पैटर्न ते डिक्रीज़ होंदियां ने। ठीक है, द कर्व इज़ नोन एज स्क्यूड कर्व। मीन इज़ नॉट इक्वल टू मीडियन एंड मोड, इसलिए ਸਕੂਨੈਸ ਐਗਜ਼ਿਸਟ ਕਰੂਗੀ। ਹੁਣ ਸਕੂਨੈਸ ਦੋ ਤਰ੍ਹਾਂ ਦੀ ਹੈਗੀ ਹੈ। ਪਹਿਲੀ ਹੈ ਬੇਟਾ ਪੋਜ਼ਿਟਿਵ ਸਕੂਨੈਸ, ਮਤਲਬ ਰਾਈਟ ਵੱਲ ਨੂੰ ਅਸੀਂ ਝੁਕੇ ਹੋਏ ਹਾਂ। ਅ ਡਿਸਟ੍ਰੀਬਿਊਸ਼ਨ ਇਨ ਵਿਚ ਮੋਰ ਦੈਨ ਹਾਫ ਆਫ ਦ ਅੱਧੇ ਤੋਂ ਜ਼ਿਆਦਾ ਏਰੀਆ ਅੰਡਰ ਦਾ ਕਰਵ ਹੈ ਜਿਹੜਾ ਉਹ ਰਾਈਟ ਸਾਈਡ ਆਫ ਦੀ ਮੋਡ ਵੱਲ ਨੂੰ ਝੁਕਿਆ ਹੋਇਆ ਹੈ, ਇਹ ਪੋਜ਼ਿਟਿਵਲੀ ਸਕੂਡ ਹੁੰਦੀ ਹੈ। ਠੀਕ ਹੈ, ਦ ਕਰਵ ਆਫ ਦਿਸ ਟਾਈਪ ਆਫ ਡਿਸਟ੍ਰੀਬਿਊਸ਼ਨ ਹੈਵ ਦੇਅਰ ਰਾਈਟ ਸਾਈਡ ਮੋਰ ਸਪਰੈਡ ਦੈਨ ਦ ਲੈਫਟ ਸਾਈਡ। ਲੈਫਟ ਸਾਈਡ ਥੋੜੀ ਘੱਟ ਹੈ, ਰਾਈਟ ਸਾਈਡ ਜ਼ਿਆਦਾ ਬਾਹਰ ਨੂੰ ਝੁਕੀ ਹੋਈ ਹੈ। ठीक है, इत्थे मीन विल बी ग्रेटर दैन मीडियन एंड ग्रेटर दैन मोड। ठीक है, अंडर सच अ सिचुएशन मीन इज़ ग्रेटर दैन द मोड। देखो मीन जे मोड तो ग्रेटर है तो मीडियन तो भी ग्रेटर होगा ही होगा। नैगेटिव स्क्यूनेस दे विच लैफ्ट वाली ज़्यादा चुकी होगी, राइट वाली घट। इस डिस्ट्रीब्यूशन विच मोर दैन हाफ ऑफ द एरिया अंडर द कर्व इज़ टू द लैफ्ट साइड ऑफ द मोड एंड इट इज़ नैगेटिवली स्क्वेयर्ड। इट इज़ ਸਕੂਡ ਟੂ ਦ ਲੈਫਟ, ਇਹਨੂੰ ਨੈਗੇਟਿਵਲੀ ਸਕੂਡ ਕਹਿੰਦੇ ਆ। ਇਹਦੀ ਲੈਫਟ ਟੇਲ ਜ਼ਿਆਦਾ ਲੌਂਗਰ ਹੁੰਦੀ ਹੈ ਦੈਨ ਦ ਰਾਈਟ ਟੇਲ। ਇੱਥੇ ਮੀਨ ਹੈ ਜਿਹੜਾ ਉਹ ਮੋਡ ਤੋਂ ਛੋਟਾ ਹੁੰਦਾ ਹੈ। ਸੋ ਮੀਨ ਇਜ਼ ਲੈਸ ਦੈਨ ਮੀਡੀਅਨ ਲੈਸ ਦੈਨ ਮੋਡ। ਠੀਕ ਹੈ ਜੀ, ਆ ਟੈਸਟ ਆਫ ਸਿਗਨੀਫੀਕੈਂਸ ਕਰਨ ਦੀ ਜ਼ਰੂਰਤ ਨਹੀਂ ਹੈ। ਦੈਨ ਮੈਜਰ ਆਫ ਸਕੂਨੈਸ। ਹੁਣ ਸਕੂਨੈਸ ਹੈ ਜਿਹੜਾ ਬੇਟਾ ਇੱਕ ਤਾਂ ਐਬਸੋਲਿਊਟ ਮੈਜਰ ਹੁੰਦਾ ਹੈ ਜਦੋਂ ਅਸੀਂ ਜਿਵੇਂ ਐਬਸੋਲਿਊਟ ਦੇ ਵਿੱਚ ਕੀ ਹੈ, ਮੇਰੇ ਕੋਲ 100 ਰੁਪਏ ਹੈ ਉਹਦੇ ਕੋਲ 150 ਹੈ, ਇਹ ਐਬਸੋਲਿਊਟ ਹੈ, ਮੇਰੇ ਕੋਲ ਉਹ ਤੋਂ 50 ਰੁਪਏ ਵੱਧ ਨੇ। ਠੀਕ ਹੈ, ਰਿਲੇਟਿਵ ਮੈਜਰ ਹੁੰਦਾ ਹੈ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ। ਠੀਕ ਹੈ, ਮੇਰੇ ਕੋਲ ਉਹਦੇ ਤੋਂ ਕਿੰਨੇ ਰੁਪਏ ਜਾਂ ਕਿੰਨੇ ਪਰਸੈਂਟੇਜ ਅਮਾਊਂਟ ਵੱਧ ਹੈ, ਕਿੰਨੀ ਵਾਰ ਵੱਧ ਹੈ, ਪਹਿਲੀ ਵਾਰ, ਦੂਸਰੀ ਵਾਰ, ਤੀਸਰੀ ਵਾਰ। ਠੀਕ ਹੈ, ਸੋ ਐਬਸੋਲਿਊਟ ਮੈਜਰ ਜਦੋਂ ਅਸੀਂ ਓਰੀਜਨਲ ਯੂਨਿਟ ਆਫ ਦ ਸੀਰੀਜ਼ ਨੂੰ ਦੇਖਦੇ ਹਾਂ, इट इज़ ए कॉल्ड एब्सोल्यूट मैजर। एब्सोल्यूट मैजर ਦੇ ਵਿੱਚ ਸਿਰਫ ਇਹ ਦੱਸਦੇ ਹਾਂ ਕਿ ਕੀ ਸਿਮੈਟਰੀ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ। ਉਹ ਕਿਵੇਂ ਪਤਾ ਲੱਗੂਗੀ? ਮੀਨ ਮਾਈਨਸ ਮੋਡ। ਜੇ ਮੀਨ ਮੋਡ ਤੋਂ ਵੱਡਾ ਹੈ ਸਕੂਨੈਸ ਪੋਜ਼ਿਟਿਵ ਹੈ, ਜੇ ਛੋਟਾ ਹੈ ਤਾਂ ਸਕੂਨੈਸ ਨੈਗੇਟਿਵ ਹੈ। ਮੀਨਸ ਲਾਰਜਰ ਦ ਡਿਫਰੈਂਸ ਬਿਟਵੀਨ ਮੀਨ ਐਂਡ ਮੋਡ ਬਿਗਰ ਵਿਲ ਬੀ ਦ ਐਕਸਟੈਂਟ ਆਫ ਸਕੂਨੈਸ ਐਂਡ ਦ ਵਾਈਸ ਵਰਸਾ। ਹੁਣ ਰਿਲੇਟਿਵ ਮੈਜਰ 'ਚ ਕੀ ਹੁੰਦਾ ਹੈ? ਰਿਲੇਟਿਵ ਮੈਜਰ ਆਫ ਸਕੂਨੈਸ ਮੀਨਸ ਅਸਿਮੈਟਰੀ ਆਫ ਡਾਟਾ ਇਨ ਟਰਮਸ ਆਫ ਸਮ ਰਿਲੇਟਿਵ ਵੈਲਿਊ ਆਫ ਪਰਸੈਂਟੇਜ। ਰਿਲੇਟਿਵ ਮੈਜਰ ਆਫ ਸਕੂਨੈਸ ਕਿਉਂ ਯੂਜ਼ ਕਰਦੇ ਹਾਂ? ਜਦੋਂ ਅਸੀਂ ਅਸਿਮੈਟਰੀ 2 ਜਾਂ 2 ਤੋਂ ਵੱਧ ਸੀਰੀਜ਼ ਦੀ ਸ਼ੋਅ ਕਰਨੀ ਹੋ, ਉਹਦੇ ਵਾਸਤੇ ਸਾਡੇ ਕੋਲ ਕੋਐਫੀਸ਼ੀਐਂਟ ਆਫ ਸਕੂਨੈਸ ਦਾ ਫਾਰਮੂਲਾ ਹੁੰਦਾ ਹੈ। ਸੋ ਐਬਸੋਲਿਊਟ ਮੈਜਰ ਬਹੁਤ ਘੱਟ ਇੰਪੋਰਟੈਂਸ ਰੱਖਦੇ ਨੇ, ਹਮੇਸ਼ਾ ਅਸੀਂ ਕੰਪੈਰੀਜ਼ਨ ਦੇਖਦੇ ਹੁੰਦੇ ਹਾਂ। ਠੀਕ ਹੈ, ਸੋ ਮੈਥਡਸ ਆਫ ਮੈਜਰਿੰਗ ਸਕੂਨੈਸ 3 ਮੈਥਡ ਨੇ ਬੇਟਾ, ਕਾਰਲ ਪੀਅਰਸਨ, ਬੋਲੇ ਤੇ ਕੈਲੀ। ਕਾਰਲ ਪੀਅਰਸਨ ਦੇ ਮੈਥਡ ਦੇ ਵਿੱਚ ਕੀ ਕਰਦੇ ਹਾਂ ਅਸੀਂ? ਇਹਨੂੰ ਅਸੀਂ ਫਸਟ ਮੈਜਰ ਆਫ ਸਕੂਨੈਸ ਵੀ ਕਹਿੰਦੇ ਹਾਂ। इट इज़ फाइंड आउट एज द डिफरेंस बिटवीन मीन एंड मोड। ਇਹਦਾ मतलब मीन ਤੇ मोड ਕੱਢਣਾ ਆਉਣਾ ਚਾਹੀਦਾ ਹੈ। ठीक है, सो ਇਹਦਾ ਕੋਐਫੀਸ਼ੀਐਂਟ ਆਫ ਸਕੂਨੈਸ ਦਾ ਫਾਰਮੂਲਾ ਹੈ ਕਾਰਲ ਪੀਅਰਸਨ ਦਾ
मीन माइनस मोड अपॉन स्टैंडर्ड डेविएशन। ठीक, जे मोड इदा कढ़ना है इदा भी कढ़ सकते 3 मीडियन माइनस 2। ठीक है बेटा, आ करन की जरूरत नहीं है, बस आ फॉर्मूला कर सकते हो तुसीं। ठीक है, सो बाकी फॉर्मूला जो मीन मीडियन मोड है कढ़न का तरीका वही है। सैकेंड आ जाता है जी बॉलेज का मैथड। बॉले के मैथड में असीं सैकेंड मैजर ऑफ स्क्यूनेस कहने हैं। डॉक्टर ए एल बॉले ने इनू दसिया सी। इस मैथड दे विच असीं मीडियन ते 2 कोटाइल्स की पोजीशन है जिहड़ी उहनूं देखते हाँ कि जिहड़े कोटाइल्स ने आ देखो हुण मैं जिवें तुहानूं पिछे Q1 Q3 कराए सी ना, आ इत्थे Q1 है बेटा, Q3 है, मीडियन इन्हां दे विच है। आ Q1 आ Q2 आ Q3, एम नूं Q2 भी कहते हैं। ठीक है, सो बॉले का मैथड की है, आ फॉर्मूला है बॉले के मैथड का Q3 प्लस Q1 माइनस 2 मीडियन अपॉन Q3 माइनस Q1। सिंपल, फस्ट कोटाइल कढ़नी है, थर्ड कोटाइल कढ़नी है, तो मीडियन कढ़ना है, फॉर्मूले च पुट करना है। सिंपल। कैले के मैथड के तुहाडे कोले 2 फॉर्मूले ने। पहला परसेंटाइल वाला P90 प्लस P10 माइनस 2 P50। ठीक है, फिर डिसाइल च कटना होगा तो D9 प्लस D1 माइनस 2 D5। देखो बेटा P50 की है, मीडियन है। P50 जो असीं कढ़ते हैं किद्दां कढ़ते हाँ 50 N अपॉन 100, 50 नूं 2 नाल किता N/2 आ गया। N/2 की फॉर्मूला है मीडियन का। तो इत्थे जे मैं ये लिखदा P90 प्लस P10 माइनस 2M, आई एम करैक्ट हेयर। इत्थे D9 प्लस D1 माइनस 2 D5 की जगह तो मैं लिखदा माइनस 2M, क्योंकि जो मैं D5 कढ़ना है उदों भी की होगा 5N अपॉन 10 N/2। ठीक है जी, सो कैले दे फॉर्मूला यही ने। सो विद दिस आ तुसीं 3 क्वेश्चन ने जिहड़े ये स्क्यूनेस दे करने ने। ठीक है, विद दिस योर स्क्यूनेस इज़ कंप्लीट। स्क्यूनेस दे विच होर कुछ नहीं हैगा अपने कोल। ठीक है, फॉर्मूला का अगे एक चार्ट जिहा दिता होया है, इस तरह के नाल तुहानूं जिवें टेबल है जिहड़ा वो दिता होया है, वही फॉर्मूले ने जो आप इधर पिछे करके हटे हाँ। ठीक है, सो नैक्सट मोमेंट एंड कटोसिस इज़ नॉट इन योर सिलेबस। तो जस्ट हर एक स्क्यूनेस के 3 जिहड़े मैथड ने इन्हां दा एक क्वेश्चन है, तुसीं वो सॉल्व कर लेना है। ठीक है, जे किसी बच्चे ने थोड़ा एक अद्धा होर सम सॉल्व करना हो, यू कैन गो फॉर दिस फर्स्ट, दिस क्वेश्चन, दिस क्वेश्चन, दिस क्वेश्चन, दिस वन, दिस वन, दिस वन, ये भी 8 क्वेश्चन ये कर सकते हो तुसी। ठीक है, इधर भी सारे नहीं बेटा, स्क्यूनेस के सारे क्वेश्चन कुदरती दिते हुए हैं। 14 क्वेश्चन ने सारे के सारे तुसी ये भी स्क्यूनेस के ट्राई कर सकते हो। ठीक है, सो दिस इज़ फ्रॉम माई साइड। With this our second unit is complete, so we'll start with the differentiation from the next। ਤਾਂ ਹੁਣ ਤੁਹਾਡੇ ਕੋਲ ਜਿਹੜਾ ਹੈ ਉਹ ਮੇਨ ਕੰਮ ਹੈ ਕਿ ਆਪਣੇ ਸਾਰੇ ਚੈਪਟਰਸ ਨੇ ਜਿਹੜੇ ਇੱਧਰੋਂ ਰਿਵਾਈਜ਼ ਕਰਨੇ ਸਟਾਰਟ ਕਰੋ। ਆਪਾਂ ਇਹਨਾਂ ਵਿੱਚੋਂ ਕੋਈ ਵੀ ਚੀਜ਼ ਥਿਓਰੀ ਨਿਊਮੈਰੀਕਲ ਕੁਝ ਵੀ ਨਹੀਂ ਛੱਡਿਆ ਹੋਇਆ ਯੂਨਿਟ 2 ਯੂਨਿਟ 3 ਤੇ ਯੂਨਿਟ 4 ਦੇ ਵਿੱਚੋਂ। ठीक है, so we are just left with the unit 1। this we will complete in next week, and our syllabus will be completed and you have enough time to practice your sums. Come out with your problems, try to solve all the questions, make formula list of every chapter separately। ठीक है, after every chapter there is also if I took example of this chapter, measure of central tendency, so when this chapter is complete there is a complete list of your formulas is given over here। so after the end of every chapter in this book, methods are your formulas are given here। so complete your homework, come out with your problems। so till then, goodbye, have a nice time.